ਤਰਨਤਾਰਨ ਤੋਂ ਖਬਰ ਲੈਂਦੇ ਹਾਂ। ਤਰਨਤਾਰਨ ਦੇ ਕੋਟ ਧਰਮਚੰਦ ਵਿੱਚ ਸ਼ਹੀਦ ਸੂਬੇਦਾਰ ਦਾ ਸਮਾਰਕ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਉੱਪਰ ਇਲਜ਼ਾਮ ਨੇ ਕਿ ਪਿੰਡ ਦੇ ਹੀ ਇੱਕ ਪਿਤਾ ਪੁੱਤਰ ਨੇ ਇਸ ਨੂੰ ਅੰਜਾਮ ਦਿੱਤਾ ਹੈ। ਤਰਨਤਾਰਨ ਦੇ ਪਿੰਡ ਕੋਟ ਧਰਮਚੰਦ ਵਿੱਚ ਇਹ ਉਹੀ ਥਾਂ ਹੈ ਜਿੱਥੇ ਸ਼ਹਾਦਤ ਦਾ ਅਪਮਾਨ ਕੀਤਾ ਗਿਆ। ਦਰਅਸਲ ਇਸ ਥਾਂ ਤੇ ਸ਼ਹੀਦ ਸੂਬੇਦਾਰ ਅਜੀਤ ਸਿੰਘ ਦਾ ਸਮਾਰਕ ਬਣਾਇਆ ਗਿਆ ਸੀ, ਪਰ ਪਿੰਡ ਦੇ ਇੱਕ ਪਿਤਾ ਪੁੱਤਰ ਨੇ ਸਮਾਰਕ ਨੂੰ ਤੋੜਨ ਦੀ ਸ਼ਰਮਨਾਕ ਹਰਕਤ ਨੂੰ ਅੰਜਾਮ ਦੇ ਦਿੱਤਾ। ਮੁਲਜ਼ਮ ਮੌਕੇ ਤੋਂ ਇੱਟਾਂ ਵੀ ਚੋਰੀ ਕਰਕੇ ਲੈ ਗਏ। ਇਸ ਹਰਕਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਸਗੋਂ ਇੱਕ ਸਾਬਕਾ ਫੌਜੀ ਹੈ। ਪਿੰਡ ਵਾਲਾਂ ਦੇ ਵਿਰੋਧ ਕਰਨ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਡਾ ਸ਼ਹੀਦ ਵਾ ਜਿਹੜਾ, ਇਹ ਗੋਲੀਆਂ ਇਹਨੇ ਸੀਨੇ ਵਿੱਚ ਖਾਧੀਆਂ, ਉਹਨੇ ਪੱਕਾ ਗੋਲੀਆਂ ਦਾ ਖਾਧਾ, ਉਹਨੇ ਉਹ ਪੱਕਾ ਗੋਲੀਆਂ ਦਾ ਖਾ ਕੇ ਕਹਿੰਦੇ ਵੀ ਉਹਦੀ ਹੀ ਸਮਾਧ ਬਣਾਉਣੀ ਆ, ਤੇ ਜਿਹਨੇ ਸੀਨੇ ਦੇ ਵਿੱਚ ਗੋਲੀਆਂ ਖਾਧੀਆਂ ਉਹਦੀ ਢਾਹ ਕੇ ਤੇ ਉਹਦੀ ਸਮਾਧ ਬਣਾਉਣੀ ਚਾਹੁੰਦੇ ਆ। ਪਿੰਡ ਤੋਂ ਹੀ ਫੋਨ ਗਿਆ ਕਿ ਕਿਸੇ ਨੇ ਸਮਾਰਕ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ 10 ਵਜੇ ਤੱਕ ਕਰੀਬ ਇੱਥੇ ਪਹੁੰਚੇ ਆ। ਬਿਲਕੁਲ ਸਾਰੀ ਸਮਾਧ ਢਾਹ ਚੁੱਕੀ। ਸਾਡੇ ਰੋਕਣ ਤੇ ਸਾਨੂੰ ਮੰਦੇ ਬੋਲ ਵੀ ਬੋਲੇ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਿੰਡ ਦੇ ਹੀ ਇੱਕ ਹੋਰ ਸ਼ਖਸ ਦਾ ਸਮਾਰਕ ਉੱਥੇ ਬਣਵਾਉਣਾ ਚਾਹੁੰਦੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹਿੰਦਰ ਸਿੰਘ ਤੇ ਉਹਨਾਂ ਦਾ ਬੇਟਾ ਕਰਮਜੀਤ ਸਿੰਘ ਤੇ ਨਾਲ 2 ਅਣਪਛਾਤੇ ਵਿਅਕਤੀ ਸੀਗੇ ਜੋ ਲੇਬਰ ਸੀਗੇ। ਇਹਨਾਂ ਨੇ ਰਲ ਮਿਲ ਕੇ ਸਮਾਰਕ ਢਾਹ ਦਿੱਤੀ ਤੇ ਜਿਹਦੇ ਵਿੱਚ ਕੰਪਲੇਂਟ ਕੀਤੀ ਗਈ ਸ਼ਹੀਦ ਸੂਬੇਦਾਰ ਅਜੀਤ ਸਿੰਘ ਦੇ ਬੇਟੇ ਵੱਲੋਂ, ਤੇ ਉਹਨਾਂ ਦੀ ਕੰਪਲੇਂਟ ਦੇ ਆਧਾਰ ਤੇ ਅਸੀਂ ਮੁਕੱਦਮਾ ਰਜਿਸਟਰ ਕੀਤਾ ਜੀ, ਸੈਕਸ਼ਨ 427 506 ਤੇ 379 ਦੇ ਤਹਿਤ, ਤੇ ਬਾਕੀ ਪੁਲਿਸ ਕਾਰਵਾਈ ਚੱਲਦੀ ਪਈ ਹੈ। ਸ਼ਹੀਦ ਅਜੀਤ ਸਿੰਘ ਨੇ 2003 ਵਿੱਚ 5 ਸੈਕਟਰ ਵਿੱਚ ਦਹਿਸ਼ਤਗਰਦਾਂ ਨਾਲ ਲੋਹਾ ਲਿਆ ਸੀ। ਇਸ ਦੌਰਾਨ ਉਹਨਾਂ ਨੇ 3 ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ ਸੀ, ਜਦਕਿ 7 ਗੋਲੀਆਂ ਵੱਜਣ ਤੋਂ ਬਾਅਦ ਉਹ ਸ਼ਹੀਦ ਹੋ ਗਏ ਸਨ। ਮਨੀਸ਼ ਸ਼ਰਮਾ, ਜ਼ੀ ਮੀਡੀਆ, ਤਰਨਤਾਰਨ। ਤਾਂ ਵਾਕਈ ਇੱਕ ਸ਼ਰਮਨਾਕ ਜਿਹੜੀ ਘਟਨਾ ਹੈਗੀ, ਇਸ ਦੇ ਉੱਪਰ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਉਸ ਦੇ ਉੱਪਰ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ। ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਣ ਤੱਕ ਅੱਗ ਦੇ ਖਤਰੇ ਨਾਲ ਪਹਾੜੀ ਸੂਬੇ ਹੀ ਪ੍ਰਭਾਵਿਤ ਹੋ ਰਹੇ ਸਨ, ਪਰ ਹੁਣ ਗੁਆਂਢੀ ਸੂਬਾ ਪੰਜਾਬ ਵੀ ਇਸ ਖਤਰੇ ਦੀ ਜਦ ਵਿੱਚ ਆ ਗਿਆ ਹੈ। ਰੋਪੜ ਦੇ ਜੰਗਲਾਂ ਨੇ ਵੀ ਹੁਣ ਅੱਗ ਫੜ ਲਈ ਹੈ, ਜਿਸ ਨੂੰ ਕਾਬੂ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। उत्तराखंड, हिमाचल प्रदेश ते जम्मू कश्मीर तो बाद जंगलों की अग पंजाब दा रुख कर चुकी है। हिमाचल प्रदेश ते पंजाब की सरहद ते पैंदे रोपड़ दे जंगलों दीयां इन्हां तस्वीरां ने आस-पास दे लोकां दा फिकर वधा दिता है। रोपड़ दे 26 जंगल इस अग की लपेट विच आ चुके ने ते सैकड़े एकड़ जंगल विच ये अग फैल चुकी है। मासली पिंड दे नेड़े अग लगी हुई है ते आस-पास दे पिंड भी इस अग की चपेट विच आउण दे खतरे दे नेड़े पहुंच चुके ने। हालांकि फायर ब्रिगेड इस अग नूं काबू करन दी कोशिशां विच जुटी हुई है। ये अग मसाली जंगल विच हिमाचल वाली साइड तो एंटर होके आई सी। इस अग नाल जिहड़ा है घाह फूस और सरकड़े का नुकसान होया, रुखां नूं कोई नुकसान नहीं होया, ना ही कोई जानी माली नुकसान होया है। ਤੇ ਇਸ ਅੱਗ ਨਾਲ ਜਿਹੜਾ ਹੈ ਕੋਈ ਲਗਭਗ 60 ਏਕੜ ਰਕਬਾ 65 ਏਕੜ ਰਕਬਾ ਜਿਹੜਾ ਉਹ ਸੜਿਆ। ਪਰ ਇਸ ਕੰਮ ਵਿੱਚ ਵਕਤ ਲੱਗ ਰਿਹਾ ਹੈ ਤੇ ਝਾੜੀਆਂ ਸੁੱਕੀਆਂ ਹੋਣ ਕਾਰਨ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਜੰਗਲਾਂ ਦੇ ਨੇੜਲੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਇਹ ਅੱਗ ਬੜੀ ਪਰੇਸ਼ਾਨੀ ਖੜੀ ਕਰ ਸਕਦੀ ਹੈ। ਅੱਗ ਕਾਰਨ ਪ੍ਰਦੂਸ਼ਣ ਤੇ ਗਰਮੀ ਵੱਧ ਰਹੀ ਹੈ, ਜਿਸ ਨਾਲ ਜਾਨਵਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਵਿੱਚ ਪਿੰਡ ਵਾਲੇ ਵੀ ਮੁਸ਼ਕਿਲ ਵਿੱਚ ਫਸੇ ਹੋਏ ਨੇ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਫਾਇਰ ਵੀ ਆਈ ਹੈ, ਮੁਲਾਜ਼ਮ ਸਾਰੇ ਸਾਡੇ ਇੱਥੇ ਗਾਰਡ ਫਰੇਸਟਰ ਸਾਰੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾ ਰਹੇ। ਅੱਗ ਦੇ ਕਹਿਰ ਨੇ ਕਈ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਹਜ਼ਾਰਾਂ ਏਕੜ ਜੰਗਲ ਨਸ਼ਟ ਹੋ ਚੁੱਕੇ ਨੇ। ਅਜਿਹੇ ਵਿੱਚ ਪੰਜਾਬ ਵੱਲ ਵੱਧਦੀ ਇਸ ਅੱਗ ਨੂੰ ਜਲਦੀ ਰੋਕਣਾ ਜ਼ਰੂਰੀ ਹੈ, ਨਹੀਂ ਤਾਂ ਨੁਕਸਾਨ ਹੋਰ ਵਧਣ ਦਾ ਖਤਰਾ ਪੈਦਾ ਹੋ ਜਾਏਗਾ। ਰੋਪੜ ਤੋਂ ਵਿਜੇ ਕਪੂਰ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਸੋ ਹੁਣ ਪਹਾੜੀ ਇਲਾਕੇ ਤੋਂ ਬਾਅਦ ਪੰਜਾਬ ਵੱਲ ਵੀ ਅੱਗ ਵਧਣੀ ਸ਼ੁਰੂ ਹੋ ਚੁੱਕੀ ਹੈ। 320 ਘਟਨਾਵਾਂ ਅੱਗ ਲੱਗਣ ਦੇ ਸਾਹਮਣੇ ਆ ਚੁੱਕੀਆਂ ਨੇ। ਸੁੱਕੇ ਪੱਤੇ ਜੋ ਅਹਿਮ ਕਾਰਨ ਰਹਿੰਦੇ ਨੇ ਜਿਸ ਨਾਲ ਅੱਗ ਫੈਲਦੀ ਰਹਿੰਦੀ ਹੈ। ਜੀ ਬਿਲਕੁਲ। ਅੱਗੇ ਵਧਦੇ ਹਾਂ, ਹੁਣ ਗੱਲ ਕਰਦੇ ਹਾਂ ਨਿੱਜੀ ਸਕੂਲਾਂ ਦੀ ਮਨਮਰਜ਼ੀ, ਜਿਸ ਦੇ ਉੱਪਰ ਨਕੇਲ ਕੱਸਣ ਦੀ ਜਿਹੜੀ ਤਿਆਰੀ ਚੰਡੀਗੜ੍ਹ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਉਹ ਕੈਂਪਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਐਕਟੀਵਿਟੀ ਨਾ ਕਰਨ, ਤੇ ਜੇ ਸਕੂਲ ਵਿੱਚ ਕਿਤਾਬਾਂ, ਸਟੇਸ਼ਨਰੀ ਜਾਂ ਫਿਰ ਯੂਨੀਫਾਰਮ ਵੇਚਦੇ ਪਾਏ ਗਏ ਤਾਂ ਉਹਨਾਂ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾਏਗੀ।
ਸੋਮਵਾਰ ਨੂੰ ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਨੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਬੈਠਕ ਕੀਤੀ। ਇਸ ਵਿੱਚ ਤਕਰੀਬਨ 70 ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਲ ਹੋਏ। ਮੀਟਿੰਗ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਨਿੱਜੀ ਫਾਇਦੇ ਦੇ ਲਈ ਸਕੂਲਾਂ ਵਿੱਚ ਕਿਤਾਬਾਂ, ਸਟੇਸ਼ਨਰੀ ਅਤੇ ਯੂਨੀਫਾਰਮ ਨਹੀਂ ਵੇਚੀ ਜਾਣੀ ਚਾਹੀਦੀ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਸਖਤ ਕਾਰਵਾਈ ਕਰਦੇ ਹੋਏ ਸਕੂਲਾਂ ਦੀ ਪ੍ਰਾਪਰਟੀ ਨੂੰ ਸੀਲ ਤੱਕ ਕੀਤਾ ਜਾ ਸਕਦਾ ਹੈ। बिल्कुल क्लियर कर दिया गया है कि फ्रॉम नाउ ऑनवर्ड्स कोई भी स्कूल अपने प्रेमिसेस से कोई कमर्शियल एक्टिविटी नहीं करेगा, कोई टेक्स्ट बुक्स वगैरह सेल नहीं करेगा एंड दे हैव एग्रीड कि वी विल नॉट सेल फ्रॉम आवर प्रेमिसेस। अगर इन केस ये इसके बाद भी कमर्शियल एक्टिविटी करते हैं स्कूल तो इनके खिलाफ तो स्टेट ऑफिस को लिखेंगे, उनकी लैंड रिज्यूम हो जाएगी, प्रोविजन है उसमें। हालांकि इस मीटिंग ਦੇ ਵਿੱਚ ਮਾਪਿਆਂ ਨੂੰ नहीं बुलाया गया, जिस नाल वो काफी नाखुश दिखे। लेकिन मीटिंग के तुरंत बाद जैसे डीपीआई साहब ने लगभग क्लीन चिट दे दी, नाम के लिए एक कमेटी बना दी गई, कमेटी को कोई पावर नहीं दी गई, बिल्कुल टूथलेस कमेटी है, पेरेंट्स की बात सुनाई ही नहीं। फिलहाल मापियां ਦੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਨ ਦੇ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ। ਉੱਥੇ ਹੀ ਪ੍ਰਾਈਵੇਟ ਸਕੂਲਾਂ ਦੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਹੋਵੇ, ਇਸ ਦੇ ਲਈ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਨਿਤਿਕਾ ਮਹੇਸ਼ਵਰੀ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਚੰਡੀਗੜ੍ਹ ਤੋਂ ਸ਼ੁਰੂਆਤ ਜ਼ਰੂਰ ਕੀਤੀ ਗਈ ਹੈ, ਪਰ ਲੋੜ ਇਹ ਸਾਰੇ ਕਿਤੇ ਹੈ ਕਿਉਂਕਿ ਹਰ ਜਗ੍ਹਾ ਦੇ ਉੱਪਰ ਜਿਹੜੇ ਮਾਪੇ ਇਸ ਗੱਲੋਂ ਪਰੇਸ਼ਾਨ ਨਜ਼ਰ ਆਉਂਦੇ ਨੇ ਕਿ ਨਿੱਜੀ ਸਕੂਲ ਮਨਮਰਜ਼ੀ ਕਰਦੇ ਨੇ, ਕਮਰਸ਼ੀਅਲ ਐਕਟੀਵਿਟੀਜ਼ ਕਰਦੇ ਨੇ। ਕਿਤੇ ਨਾ ਕਿਤੇ ਜੇ ਅਰਸ਼ ਜਿਹੜਾ ਸਿੱਖਿਆ ਦਾ ਕਮਰਸ਼ੀਅਲਾਈਜੇਸ਼ਨ ਜਿਹੜਾ ਹੋ ਰਿਹਾ, ਇਸ ਨੂੰ ਜ਼ਰੂਰ ਰੋਕੇ ਜਾਣ ਦੀ ਲੋੜ ਹੈ। ਬਿਲਕੁਲ ਵੱਡਾ ਮੁੱਦਾ ਹੈ ਕਿਉਂਕਿ ਜੋ ਖਮਿਆਜ਼ਾ ਉਹ ਮਾਪਿਆਂ ਨੂੰ ਭੁਗਤਣਾ ਪੈਂਦਾ। ਇਸ ਵਾਰ ਤਾਂ ਮਾਪਿਆਂ ਨੇ ਵੱਡੇ ਪੱਧਰ ਤੇ ਜੋ ਸੀ ਰੋਸ ਜ਼ਾਹਰ ਕੀਤਾ ਤੇ ਇਹ ਜੋ ਹੁਣ ਅਸਰ ਦੇਖਣ ਨਾਲ ਸ਼ੁਰੂ ਹੋਇਆ ਇਹ ਕਿਤੇ ਨਾ ਕਿਤੇ ਉਸ ਦਾ ਹੀ ਨਤੀਜਾ ਹੈ। ਅੱਗੇ ਵਧਦੀ ਅਗਲੀ ਖਬਰ ਦਾ ਰੁਖ ਕਰਦੇ ਹਾਂ। ਚੰਡੀਗੜ੍ਹ ਦੇ ਡੱਡੂ ਮਾਜਰਾ 'ਚ ਬਣਿਆ ਡੰਪਿੰਗ ਗਰਾਊਂਡ ਲੋਕਾਂ ਦੇ ਲਈ ਵੱਡੀ ਪਰੇਸ਼ਾਨੀ ਦਾ ਵਜ੍ਹਾ ਬਣਿਆ ਹੋਇਆ। ਇਸ ਵਿੱਚ ਗਰਮੀ ਦੀ ਵਜ੍ਹਾ ਨਾਲ ਆਏ ਦਿਨ ਅੱਗ ਲੱਗ ਜਾਂਦੀ ਹੈ। ਉਸ ਦੇ ਬਾਅਦ ਡੰਪਿੰਗ ਗਰਾਊਂਡ ਤੋਂ ਨਿਕਲਣ ਵਾਲਾ ਧੂਆਂ ਲੋਕਾਂ ਦੇ ਲਈ ਸਾਹ ਲੈਣਾ ਦੁੱਭਰ ਕਰ ਦਿੰਦਾ ਹੈ। ਚੰਡੀਗੜ੍ਹ ਦੇ ਡੱਡੂ ਮਾਜਰਾ ਅਤੇ ਇਸ ਦੇ ਨੇੜੇ ਤੇੜੇ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਕੇ ਹਾਰ ਚੁੱਕੇ ਨੇ। ਲੋਕਾਂ ਦੇ ਇਸ ਗੁੱਸੇ, ਪ੍ਰਦਰਸ਼ਨ ਅਤੇ ਪਰੇਸ਼ਾਨੀ ਦੀ ਵਜ੍ਹਾ ਹੈ ਇਹ ਡੰਪਿੰਗ ਗਰਾਊਂਡ। ਇਹ ਡੰਪਿੰਗ ਗਰਾਊਂਡ ਡੱਡੂ ਮਾਜਰਾ ਦੇ ਰੈਜ਼ੀਡੈਂਸ਼ੀਅਲ ਇਲਾਕੇ ਦੇ ਬਿਲਕੁਲ ਨਾਲ ਲੱਗਦਾ ਹੈ। ਗਰਮੀ ਦਾ ਮੌਸਮ ਹੈ, ਹਰ ਵਾਰ ਦੀ ਤਰ੍ਹਾਂ ਗਰਮੀ ਵਧਣ ਦੇ ਨਾਲ ਹੀ ਡੰਪਿੰਗ ਗਰਾਊਂਡ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਨੇ। इसके जो नीचे मीथेन गैस बन रही है, जब वो गर्मी होती है, गर्मी पैदा होती है तो गैस को अगर थोड़ी सी भी जगह मिलती है तो वो सर्किट होने के कारण आग लग जाती है। ਡੰਪਿੰਗ ਗਰਾਊਂਡ ਦੀ ਅੱਗ ਤੋਂ ਉੱਠਣ ਵਾਲਾ ਧੂਆਂ ਹਰ ਵਾਰ ਦੀ ਤਰ੍ਹਾਂ ਲੋਕਾਂ ਦੇ ਸਾਹਾਂ ਵਿੱਚ ਜ਼ਹਿਰ ਬਣ ਕੇ ਘੁਲਣਾ ਸ਼ੁਰੂ ਹੋ ਗਿਆ ਹੈ। ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਵਰ੍ਹਿਆਂ ਬਾਅਦ ਵੀ ਉਹਨਾਂ ਦੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਕੀਤਾ ਗਿਆ। और इसके आग लगने से हमें तो बहुत दिक्कत है क्योंकि लोगों की सांसें बंद हो गई। कईयों को जाके देखो टीवी के मरीज हो गए आधे तो, और दमे के इतना है कि जिनके दमे हैं उनसे सांस नहीं ली गई, उनको ले लेके बाहर ले जाना पड़ा उनको। धुएं से बड़ी एलर्जी होती है। मैं हॉस्पिटलाइज भी होके आया हूँ कल। तो ये धुआं यहाँ पर, ये जो कूड़ा गिर रहा है, ये 37 साल से गिर रहा है यहाँ पर, और हम लोगों की नारकीय जीवन है यहाँ पे। ਨਿਗਮ ਦੇ ਰਿਕਾਰਡ ਦੇ ਮੁਤਾਬਕ ਸ਼ਹਿਰ ਤੋਂ ਹਰ ਰੋਜ਼ ਤਕਰੀਬਨ 350 ਮੀਟ੍ਰਿਕ ਟਨ ਕੂੜਾ ਨਿਕਲਦਾ ਹੈ, ਪਰ ਸਿਰਫ 250 ਮੀਟ੍ਰਿਕ ਟਨ ਹੀ ਡੱਡੂ ਮਾਜਰਾ ਦੇ ਕਚਰਾ ਪਲਾਂਟ ਤੱਕ ਪਹੁੰਚ ਰਿਹਾ ਹੈ, ਜਦਕਿ ਬਾਕੀ ਦਾ ਕੂੜਾ ਡੰਪਿੰਗ ਗਰਾਊਂਡ ਵਿੱਚ ਸੁੱਟ ਦਿੱਤਾ ਜਾਂਦਾ ਹੈ। ਨਗਰ ਨਿਗਮ ਦੇ ਕਮਿਸ਼ਨਰ ਇਸ ਸਮੱਸਿਆ ਤੋਂ ਵਾਕਿਫ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਕੋਲ ਡੰਪਿੰਗ ਦੇ ਲਈ ਕੋਈ ਬਦਲ ਨਹੀਂ ਹੈ। अफसोस की बात यह है कि हमारे पास चंडीगढ़ में यही एक जगह है डंप करने की कचरा, और चंडीगढ़ लैंडलॉक्ड स्टेट है, सो हमारे पास इतनी भी जगह नहीं कि हम कोई नई जगह ढूंढें या नई जगह जाएं। ਨਗਰ ਨਿਗਮ ਕਮਿਸ਼ਨਰ ਲੋਕਾਂ ਦੀ ਇਸ ਸਮੱਸਿਆ ਦਾ ਕੋਈ ਉਚਿਤ ਹੱਲ ਤਾਂ ਨਹੀਂ ਦੇ ਸਕੇ, ਪਰ ਜ਼ੀ ਮੀਡੀਆ ਦੇ ਸੁਝਾਅ ਤੇ ਉਹਨਾਂ ਇਲਾਕੇ ਵਿੱਚ ਸਿਹਤ ਕੈਂਪ ਲਾਉਣ ਦੀ ਗੱਲ ਜ਼ਰੂਰ ਕਹੀ ਹੈ। हेल्थ कैंप हम लगाएंगे, विद इन अ मंथ हम हेल्थ कैंप लगाएंगे, और कोशिश मेरी ये रहेगी कि अगर अगले साल आप वहाँ देखें तो वहाँ डंपिंग यार्ड की बजाय आपको एक ग्रीन पार्क दिखेगा। ਚੰਡੀਗੜ੍ਹ ਦੇ ਡੱਡੂ ਮਾਜਰਾ ਵਿੱਚ ਬਣਿਆ ਡੰਪਿੰਗ ਗਰਾਊਂਡ ਉੱਥੋਂ ਦੇ ਲੋਕਾਂ ਦੀ ਸਿਹਤ ਤੇ ਕਾਫੀ ਅਸਰ ਪਾ ਰਿਹਾ ਹੈ, ਜਿਸ ਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਕੱਢਣ ਦਾ ਆਸ਼ਵਾਸਨ ਵੀ ਦਿੱਤਾ ਹੈ ਤੇ ਇਸ ਦੇ ਨਾਲ ਹੀ ਉੱਥੇ ਮੈਡੀਕਲ ਕੈਂਪ ਲਗਾਉਣ ਦਾ ਭਰੋਸਾ ਵੀ ਦਿੱਤਾ ਹੈ। ਕੈਮਰਾਮੈਨ ਦੀਪਕ ਦੇ ਨਾਲ ਨਿਤਿਕਾ ਮਹੇਸ਼ਵਰੀ, ਜ਼ੀ ਮੀਡੀਆ, ਚੰਡੀਗੜ੍ਹ।
ਬਿਲਕੁਲ ਇਸ ਡੰਪਿੰਗ ਗਰਾਊਂਡ ਕਾਰਨ ਲੋਕ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਜ਼ਰੂਰਤ ਹੈ ਕਿ ਲੋਕਾਂ ਨੂੰ ਇਸ ਮੁਸ਼ਕਲ ਚੋਂ ਕੱਢਿਆ ਜਾਵੇ। ਜੀ ਬਿਲਕੁਲ, ਤਾਂ ਵੱਡੇ ਸ਼ਹਿਰਾਂ 'ਚ ਅਕਸਰ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ। ਅੱਗੇ ਵਧਾ ਇੱਕ ਚੰਗੀ ਖਬਰ ਤੁਹਾਨੂੰ ਦਿਖਾਉਂਦੇ ਹਾਂ। ਪੰਜਾਬ ਦੇ ਵਿੱਚ ਫਜ਼ੂਲ ਖਰਚਾ ਇੱਕ ਫੈਸ਼ਨ ਬਣ ਚੁੱਕਿਆ ਹੈ। ਵਿਆਹਾਂ ਦੀ ਗੱਲ ਤਾਂ ਛੱਡੋ, ਹੁਣ ਤਾਂ ਹਰੇਕ ਛੋਟੇ-ਮੋਟੇ ਪ੍ਰੋਗਰਾਮ ਤੇ ਵੀ ਪਾਣੀ ਵਾਂਗ ਪੈਸਾ ਵਹਾਇਆ ਜਾਂਦਾ ਹੈ। ਲੋਕਾਂ ਸਿਰ ਚੜੇ ਕਰਜ਼ੇ ਦੀ ਵੱਡੀ ਵਜ੍ਹਾ ਵੀ ਇਹ ਫਜ਼ੂਲ ਖਰਚਾ ਹੀ ਹੈ। ਪਰ ਹੁਣ ਇਸ ਫਜ਼ੂਲ ਖਰਚੇ ਖਿਲਾਫ ਲੋਕ ਲਾਮਬੰਦ ਹੋਣ ਲੱਗੇ ਨੇ ਤੇ ਇਹ ਚੰਗੀ ਪਹਿਲ ਮੋਹਾਲੀ ਤੋਂ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਇਹ ਲੋਕ ਮੋਹਾਲੀ ਜ਼ਿਲ੍ਹੇ ਦੇ 7 ਪਿੰਡਾਂ ਦੇ ਨੁਮਾਇੰਦੇ ਨੇ। 7 ਪਿੰਡਾਂ ਦੇ ਸਰਪੰਚ ਅਤੇ ਮੋਤਬਰ ਲੋਕ ਜੋ ਸਮਾਜਿਕ ਕੁਰੀਤੀਆਂ ਦੇ ਖਿਲਾਫ ਖੜੇ ਹੋਏ ਨੇ। ਇਹਨਾਂ ਨੇ ਮਿਲ ਕੇ ਨਵੀਂ ਸੋਚ ਨਵੀਂ ਪੁਲਾਂਘ ਨਾਂ ਦੀ ਇੱਕ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੇ ਜ਼ਰੀਏ ਇਹਨਾਂ ਲੋਕਾਂ ਨੇ ਕੁਝ ਮਤੇ ਪਾਸ ਕੀਤੇ ਨੇ ਜਿਨ੍ਹਾਂ ਨੂੰ 7 ਪਿੰਡਾਂ ਦੇ ਵਿੱਚ ਬੜੀ ਸਫਲਤਾ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਨਵੀਂ ਸੋਚ ਨਵੀਂ ਪੁਲਾਂਘ ਮੁਹਿੰਮ ਦੇ ਤਹਿਤ ਇਹਨਾਂ ਨੇ ਜੋ ਸਭ ਤੋਂ ਵੱਡੀ ਪੁਲਾਂਘ ਪੁੱਟੀ ਹੈ ਉਹ ਹੈ ਸਮਾਜਿਕ ਪ੍ਰੋਗਰਾਮਾਂ ਤੇ ਹੁੰਦੇ ਫਜ਼ੂਲ ਖਰਚੇ ਨੂੰ ਰੋਕਣਾ। ਇਹਨਾਂ 7 ਪਿੰਡਾਂ ਨੇ ਮਤਾ ਪਾਸ ਕੀਤਾ ਹੈ ਕਿ ਕੋਈ ਵੀ ਪਰਿਵਾਰ ਮੁੰਡੇ ਕੁੜੀ ਦੇ ਵਿਆਹ, ਬਜ਼ੁਰਗਾਂ ਦੇ ਮਰਨੇ ਜਾਂ ਕਿਸੇ ਹੋਰ ਸਮਾਜਿਕ ਪ੍ਰੋਗਰਾਮ ਤੇ ਫालतू ਖਰਚਾ ਨਹੀਂ ਕਰੇਗਾ। ਇਹ ਪ੍ਰੋਗਰਾਮ ਸਾਦੇ ਤਰੀਕੇ ਨਾਲ ਕੀਤੇ ਜਾਣਗੇ ਅਤੇ ਬੇਲੋੜੇ ਇਕੱਠ ਤੋਂ ਬਚਿਆ ਜਾਵੇਗਾ। ਮੁੰਡਿਆਂ ਦੇ ਵਿਆਹਾਂ ਤੇ ਦਾਜ ਨਹੀਂ ਮੰਗਿਆ ਜਾਵੇਗਾ। ਮੁੰਡੇ ਦੇ ਜੰਮਣ ਤੇ ਖੁਸਰਿਆਂ ਨੂੰ 1100 ਰੁਪਏ ਤੋਂ ਵੱਧ ਦਾ ਸ਼ਗਨ ਨਹੀਂ ਦਿੱਤਾ ਜਾਵੇਗਾ। ਇਸ ਪਹਿਲ ਨੂੰ ਸ਼ੁਰੂ ਕਰਨ ਵਾਲੀ ਟੀਮ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਹੈ ਕਿ ਲੋਕਾਂ ਨੇ ਉਹਨਾਂ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਬੜੀ ਖੁਸ਼ੀ ਦੀ ਗੱਲ ਹੈ ਵੀ 7 ਪਿੰਡਾਂ ਦੇ ਸਾਰੇ ਪਰਿਵਾਰਾਂ ਨੇ ਇਸ ਫੈਸਲੇ ਤੇ ਫੁੱਲ ਚੜਾਏ ਆ। ਲੋਕ ਤਾਂ ਚਾਹੁੰਦੇ ਕਿਉਂਕਿ ਖਰਚੇ ਤਾਂ ਬਹੁਤ ਤੰਗ ਹੈ ਜੀ, ਅਸੀਂ ਖਰਚੇ ਬਹੁਤ ਜ਼ਿਆਦਾ ਵਧਾ ਲਏ ਜੀ। ਇਹਦੇ ਕਰਕੇ ਸਾਰੇ ਲੋਕੀ ਚਾਹੁੰਦੇ ਵੀ ਇਹ ਬਹੁਤ ਵਧੀਆ ਕੰਮ ਹੈ ਕਿਉਂਕਿ ਦੇਖਦੇ ਅਸੀਂ ਦਾਜ ਦੇ ਵਿੱਚ ਹੋਰ ਕਈ ਗੱਲਾਂ 'ਚ ਇੰਨੇ ਖਰਚੇ ਵਧਾ ਲਏ। ਅੱਜ ਕਿੰਨੇ ਜ਼ਿਮੀਂਦਾਰ ਜਿਹੜੇ ਰੋਜ਼ ਸੁਸਾਈਡ ਕਰਦੇ ਆ। ਮਹਿਸੂਸ ਕਰੀਏ ਨਾ ਕਰੀਏ ਤਾਂ ਸਾਨੂੰ ਕਰਨਾ ਪੈਣਾ, ਹਰ ਹਾਲਤ ਕਰਨਾ ਪੈਣਾ। ਕੋਈ ਉੱਪਰ ਤੇ ਕਹੀ ਜਾਵੇ ਨਹੀਂ ਹੈ, ਪਰ ਅੰਦਰੋਂ ਹਰੇਕ ਚਾਹੁੰਦਾ ਵੀ ਇਹ ਸਹੀ ਹੈ। ਚੰਗੀ ਸੋਚ ਨਵੀਂ ਸੋਚ ਨਵੀਂ ਪਲਾਂਘ ਨਾ ਇਹ ਸ਼ੁਰੂ ਕੀਤੀ ਜੀ। ਮੈਨੂੰ ਤਾਂ ਲੱਗਦਾ ਸਾਰਾ ਪੰਜਾਬ ਜੁੜੂਗਾ ਇਹਦੇ ਨਾਲ। ਨਵੀਂ ਸੋਚ ਨਵੀਂ ਪੁਲਾਂਘ ਦੀ ਟੀਮ ਨੇ ਨਾ ਸਿਰਫ ਬੇਲੋੜੇ ਖਰਚਿਆਂ ਦੇ ਖਿਲਾਫ ਮੁਹਿੰਮ ਛੇੜੀ ਹੈ ਬਲਕਿ ਨਸ਼ਿਆਂ ਦੇ ਖਿਲਾਫ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਨੌਜਵਾਨਾਂ ਨੂੰ ਉਸ ਤੋਂ ਬਾਹਰ ਕੱਢਣ ਦੇ ਲਈ ਮਦਦ ਵੀ ਕੀਤੀ ਜਾ ਰਹੀ ਹੈ। ਕਿਉਂਕਿ ਅਸੀਂ ਕਹੀ ਜਾਂਦੇ ਫਲਾਣੇ ਦਾ ਸਾਡਾ ਨਹੀਂ ਗਿਆ, ਫਲਾਣੇ ਦਾ ਗਿਆ, ਪਰ ਸਾਡੇ ਘਰ ਸਭ ਦੇ ਘਰਾਂ 'ਚ ਪਹੁੰਚ ਜਾਣੇ ਜੀ ਜੇ ਨਾ ਆਪਾਂ ਨੇ ਉਪਰਾਲਾ ਕਰਿਆ। ਇਹ ਰੋਕਣੇ ਖਾਤਰ ਅਸੀਂ ਸਰਕਾਰ ਨੂੰ ਵੀ ਅਪੀਲ ਹੈ, ਤੁਹਾਨੂੰ ਵੀ ਅਪੀਲ ਹੈ ਵੀ ਸਭ ਤੋਂ ਵੱਡੀ ਸਾਡੀ ਇਹੀ ਦੌਲਤ ਹੈ ਜੀ। ਜੇ ਬੱਚੇ ਦੇ ਅਸੀਂ ਕੀ ਕਰਾਂਗੇ, ਕਮਾਈ ਕਾਹ ਖਾਤਰ ਕਰਾਂਗੇ। 7 ਪਿੰਡਾਂ ਵੱਲੋਂ ਸ਼ੁਰੂ ਕੀਤੀ ਇਸ ਪਹਿਲ ਦਾ ਪਿੰਡੂ ਅਰਥਚਾਰੇ ਨਾਲ ਜੁੜੇ ਡਾਕਟਰ ਰਣਜੀਤ ਸਿੰਘ ਘੁੰਮਣ ਨੇ ਵੀ ਸਵਾਗਤ ਕੀਤਾ ਹੈ। ਡਾਕਟਰ ਘੁੰਮਣ ਨੇ ਕਿਹਾ ਕਿ ਅਜਿਹੀ ਕਿਸੇ ਵੀ ਪਹਿਲ ਨੂੰ ਸਰਕਾਰ ਵੱਲੋਂ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਦੀ ਲੋੜ ਹੈ। ਜਿਹੜਾ ਵੀ ਵਿਅਕਤੀ ਜਾਂ ਕੋਈ ਸਮਾਜਿਕ ਗਰੁੱਪ ਜਾਂ ਪਿੰਡ ਇਹ ਕੰਮ ਕਰਦਾ ਹੈ ਉਹਨੂੰ ਪ੍ਰੈਸ ਨੂੰ, ਗਵਰਨਮੈਂਟ ਨੂੰ ਬਹੁਤ ਵੱਡੀ ਪ੍ਰੋਜੈਕਸ਼ਨ ਦੇਣੀ ਚਾਹੀਦੀ ਹੈ ਔਰ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਸਾਪੁਰ, ਚਿੰਗੜਾ ਖੁਰਦ, ਚਿੰਗੜਾ ਕਲਾਂ, ਨੰਗਲ ਸਿੰਘਾ, ਰਕੌਲੀ, ਸਹੌਲੀ ਅਤੇ ਨੇਹੜੀਆਂ ਪਿੰਡ ਤੋਂ ਸ਼ੁਰੂ ਹੋਇਆ ਇਹ ਕਾਫਲਾ ਹੁਣ 14 ਪਿੰਡਾਂ ਦਾ ਹੋ ਚੁੱਕਿਆ ਹੈ। ਬੇਲੋੜੇ ਖਰਚਿਆਂ ਤੋਂ ਦੁਖੀ ਲੋਕ ਹੁਣ ਇਸ ਮੁਹਿੰਮ ਦੇ ਨਾਲ ਜੁੜ ਰਹੇ ਨੇ ਅਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਕਾਫਲਾ ਇੱਥੇ ਹੀ ਨਹੀਂ ਰੁਕੇਗਾ। ਜਗਤਾਰ ਪੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਬਹੁਤ ਚੰਗੀ ਪਹਿਲ ਇਸ ਨੂੰ ਕਹਿ ਸਕਦੇ ਹਾਂ। ਇਹ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਨਾਲ ਇਹ ਮੋਹਾਲੀ ਦੇ ਪਿੰਡਾਂ ਤੋਂ ਇਹ ਖਬਰ ਆਈ ਹੈ, ਆਉਣ ਵਾਲੇ ਦਿਨਾਂ 'ਚ ਹਰੇਕ ਪਿੰਡ ਤੋਂ ਸਾਨੂੰ ਇਸ ਤਰ੍ਹਾਂ ਦੀ ਖਬਰ ਦੇਖਣ ਨੂੰ ਮਿਲੇ ਜਿੱਥੇ ਲੋਕ ਅਹਿਦ ਕਰਨ, ਫਜ਼ੂਲ ਖਰਚੀ ਨਹੀਂ ਕਰਨਗੇ। ਬਿਲਕੁਲ, ਸਮਾਜ ਨੂੰ ਵੀ ਸੋਚ ਬਦਲਣ ਦੀ ਜ਼ਰੂਰਤ ਹੈ ਨਾ ਫਜ਼ੂਲ ਖਰਚਿਆਂ ਨੂੰ ਲੈ ਕੇ। ਅੱਗੇ ਵਧਦੇ ਇੱਕ ਚੰਗੀ ਖਬਰ ਹੋ ਰਹੀ ਹੈ। ਜਿਹੜੇ ਲੋਕ ਪਿਆਸੀ ਆਬਾਦੀ ਕੀਮਤਾਂ ਤੋਂ ਪਰੇਸ਼ਾਨ ਹੈ ਉਹ ਇਸ ਖਬਰ ਨੂੰ ਜ਼ਰੂਰ ਵੇਖਣ। ਜੀ ਹਾਂ, ਆਉਣ ਵਾਲੇ ਦਿਨਾਂ 'ਚ ਸੰਭਵ ਹੈ ਕਿ ਪਿਆਸੀ ਕੀਮਤਾਂ ਤੁਹਾਨੂੰ ਪਰੇਸ਼ਾਨ ਨਾ ਕਰਨ। ਅਜਿਹਾ ਇਸ ਲਈ ਕਿਉਂਕਿ ਪਿਆਸੇ ਭੰਡਾਰਨ ਦੀ ਮਿਆਦ ਵਾਲੀ ਇੱਕ ਤਕਨੀਕ ਇਜਾਦ ਕੀਤੀ ਗਈ ਹੈ। ਇਸ ਤਕਨੀਕ ਨੂੰ ਬਣਾਇਆ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਨੇ। ਕਦੇ ਪਿਆਜ਼ ਆਮ ਆਦਮੀ ਨੂੰ ਮਹਿੰਗਾਈ ਦੇ ਹੰਝੂ ਰਵਾਉਂਦਾ ਹੈ ਤਾਂ ਕਦੇ ਸਰਕਾਰਾਂ ਦੇ ਲਈ ਮੁਸ਼ਕਲਾਂ ਖੜੀਆਂ ਕਰ ਦਿੰਦਾ ਹੈ। ਮੌਸਮ ਨੇ ਥੋੜੀ ਜੀ ਹੀਰਾਫੇਰੀ ਕੀਤੀ ਨਹੀਂ ਕਿ ਪਿਆਜ਼ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ। ਅਜਿਹਾ ਇਸ ਲਈ ਕਿਉਂਕਿ ਪੈਦਾਵਾਰ ਅਤੇ ਸੀਜ਼ਨ ਦੇ ਹਿਸਾਬ ਨਾਲ ਹੀ ਇਸ ਦੀ ਸਪਲਾਈ ਕੀਤੀ ਜਾ ਸਕਦੀ ਹੈ। ਪੈਦਾਵਾਰ ਘੱਟ ਹੋਈ ਤਾਂ ਪਿਆਜ਼ ਮਹਿੰਗਾ ਹੋ ਜਾਂਦਾ ਹੈ। ਹੁਣ ਤੱਕ ਇਹ ਸੰਭਵ ਨਹੀਂ ਸੀ ਕਿ ਪਿਆਜ਼ ਦਾ ਭੰਡਾਰ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਉਹ ਸਾਲ 6 ਮਹੀਨੇ ਖਰਾਬ ਨਾ ਹੋਵੇ। ਪਰ ਹੁਣ ਚੰਗੀ ਖਬਰ ਇਹ ਹੈ ਕਿ ਪਿਆਜ਼ ਦੇ ਭੰਡਾਰ ਦੀ ਮਿਆਦ ਵਧਾਉਣ ਵਾਲੀ ਤਕਨੀਕ ਲੱਭ ਲਈ ਗਈ ਹੈ। ਇਹ ਕਾਰਨਾਮਾ ਕੀਤਾ ਹਿਸਾਰ ਸਥਿਤ ਹਰਿਆਣਾ एग्रीकल्चर यूनिवर्सिटी ने। कुछ ऐसी
प्याज भंडारण की स्ट्रक्चर डेवलप करें जिससे कि प्याज की भंडारण क्षमता काफ़ी बढ़ जाए। ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਇਸ ਪਿਆਜ਼ ਭੰਡਾਰਨ ਯੰਤਰ ਦੀ ਤਕਨੀਕ ਜੈਪੁਰ ਦੇ ਹਵਾ ਮਹਿਲ ਤੇ ਆਧਾਰਿਤ ਹੈ। ਇਸ ਤਕਨੀਕ ਵਿੱਚ ਜਾਲੀਆਂ ਅਤੇ ਪਾਈਪ ਦੇ ਨਾਲ ਇਹ ਯੰਤਰ ਬਣਾਇਆ ਗਿਆ ਹੈ। ਜਾਲੀਦਾਰ ਸਟੋਰੇਜ ਦੇ ਵਿਚਾਲੇ ਇੱਕ ਗੋਲਕਾਰ ਸੁਰਾਖ ਵਾਲੀ ਪਾਈਪ ਫਿੱਟ ਕੀਤੀ ਗਈ ਹੈ ਜੋ ਪਿਆਜ਼ ਤੋਂ ਹਵਾ ਨੂੰ ਪਾਸ ਕਰਦੀ है। इसमें जालियों में से हवा जाएगी और अंदर पाइप के अंदर हमने छेद कर रखे हैं, तो हवा आकर क्योंकि अंदर से प्याज से गर्मी इकट्ठा करेगी और मॉइस्चर लेकर गर्म होकर और इसमें से बीच में से जो ये पाइप निकाल रखा है इसमें से निकल जाएगी। तो लगातार ये सर्कुलेशन रहने की वजह से प्याज के अंदर अंकुरण नहीं होगा। प्याज में अंकुरण नहीं होगा तो इसकी भंडारण क्षमता बढ़ती चली जाएगी। ਪਿਆਜ਼ ਦੇ ਖਰਾਬ ਹੋਣ ਦੀ ਵੱਡੀ ਵਜ੍ਹਾ ਤਾਪਮਾਨ ਵਿੱਚ ਵਾਧਾ ਅਤੇ ਨਮੀ ਹੁੰਦੀ ਹੈ। ਇਸ ਨਾਲ ਪਿਆਜ਼ ਗਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਚਣ ਦੇ ਲਈ ਪਿਆਜ਼ ਨੂੰ ਹਵਾਦਾਰ ਖੁੱਲੇ ਕਮਰੇ ਵਿੱਚ ਜਾਂ ਪੱਖੇ ਦੀ ਹਵਾ ਵਿੱਚ ਰੱਖਿਆ ਜਾਂਦਾ ਹੈ। ਪਰ ਇਸ ਨਾਲ ਪਿਆਜ਼ ਦੀ ਮਿਆਦ 1.5 ਤੋਂ 2 ਮਹੀਨੇ ਤੱਕ ਹੀ ਰਹਿ ਪਾਉਂਦੀ ਹੈ। ਇਸ ਵਿੱਚ એનર્ਜੀ ਵੀ ਖਰਚ ਹੁੰਦੀ ਹੈ। ਪਰ ਨਵੀਂ ਤਕਨੀਕ ਵਿੱਚ ਥਾਂ ਅਤੇ એનર્ਜੀ ਦੋਹਾਂ ਦੀ ਬਚਤ ਹੋਵੇਗੀ। तो हमारे दिमाग में था कि हम हरियाणा की तरफ से ऐसी टेक्नोलॉजी दें जिसमें किसी भी तरह की एनर्जी का प्रयोग ना हो। यूनिवर्सिटी को इस प्याज भंडारण यंत्र बनाने के लिए 1 साल का वक्त लगा, जिसमें उन्होंने इस यंत्र में रखकर प्याज की टेस्टिंग भी की, जिसके सकारात्मक नतीजे निकले। यानी अब आम आदमी को प्याज रुलाएगा नहीं और उसका स्वाद भी बरकरार रहेगा। कैमरा पर्सन राजेंद्र कुमार के साथ ललित शर्मा, जी मीडिया, हिसार। ਬਿਲਕੁਲ ਮਹਿੰਗੇ ਪਿਆਜ਼ ਹੁਣ ਹੰਝੂ ਨਹੀਂ ਕਢਵਾਉਣਗੇ, ਇੱਕ ਚੰਗੀ ਪਹਿਲ ਕਿਹਾ ਜਾ ਸਕਦਾ। ਹੁਣ ਵੇਖਣਾ ਕਿ ਜੋ ਕਦਮ ਹੈ ਕਿੰਨਾ ਕੁ ਕਾਰਗਰ ਸਾਬਤ ਹੁੰਦਾ। ਜੀ ਬਿਲਕੁਲ, ਅੱਗੇ ਵਧਦੇ ਹਾਂ। ਹੁਣ ਤੁਹਾਨੂੰ ਦੁਨੀਆ ਦੇ ਨਾਲ, ਦੁਨੀਆ ਤੋਂ ਬਾਹਰ ਦੀ ਖਬਰ ਦਿਖਾਉਂਦੇ ਹਾਂ, ਤੁਹਾਨੂੰ ਹੈਰਾਨ ਕਰਨ ਵਾਲੀ ਖਬਰ ਦਿਖਾਉਂਦੇ ਹਾਂ। ਇਹ ਖਬਰ ਹੈ ਕਿ ਯੂਨੀਵਰਸ ਦੇ ਵਿੱਚ ਪ੍ਰਿਥਵੀ ਦੇ ਵਾਂਗ 3 ਹੋਰ ਗ੍ਰਹਿ ਮੌਜੂਦ ਨੇ। ਜੀ ਹਾਂ, ਵਿਗਿਆਨਕਾਂ ਦੀ ਇੱਕ ਇੰਟਰਨੈਸ਼ਨਲ ਟੀਮ ਨੇ 3 ਅਜਿਹੇ ਗ੍ਰਹਿਾਂ ਦੀ ਭਾਲ ਕੀਤੀ ਹੈ ਜਿਨ੍ਹਾਂ ਦਾ ਨੇਚਰ ਪ੍ਰਿਥਵੀ ਦੇ ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹਨਾਂ 3 ਗ੍ਰਹਿਾਂ ਤੇ ਜ਼ਿੰਦਗੀ ਵੀ ਹੋ ਸਕਦੀ ਹੈ। अंतरिक्ष में अकेले नहीं हैं हम। तीन और ग्रहों पर मौजूद है मानव। मिल गए पृथ्वी जैसे 3 और ग्रह। आपने फिल्मों में एलियन देखे होंगे, ये भी सुना होगा कि दूसरे ग्रहों पर भी जीवन हो सकता है। ਤਾਂ ਫਿਰ ਇਹ ਐਕਸਪੈਰੀਮੈਂਟ ਕੀਤਾ ਗਿਆ, ਇਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ 3 ਹੋਰ ਗ੍ਰਹਿ ਅਜਿਹੇ ਹਨ ਜਿਹੜੇ ਕਿ ਪ੍ਰਿਥਵੀ ਦੇ ਨਾਲ ਬਿਲਕੁਲ ਮਿਲਦੇ ਜੁਲਦੇ ਨੇ, ਸਾਡੀ ਧਰਤੀ ਦੇ ਨਾਲ ਬਿਲਕੁਲ ਮਿਲਦੇ ਜੁਲਦੇ ਨੇ ਤੇ ਉੱਥੇ ਜ਼ਿੰਦਗੀ ਹੋ ਸਕਦੀ ਹੈ। ਮਤਲਬ ਜਿਵੇਂ ਅਸੀਂ ਤੇ ਤੁਸੀਂ ਰਹਿ ਰਹੇ ਹਾਂ, ਹੋ ਸਕਦਾ ਹੈ ਕਿ ਪ੍ਰਿਥਵੀ ਵਰਗੇ ਹੋਰ ਗ੍ਰਹਿ ਹੋਣ ਜਿੱਥੇ ਜ਼ਿੰਦਗੀ ਹੋ ਸਕਦੀ ਹੈ। ਜੀ ਹਾਂ, ਵਿਗਿਆਨੀਆਂ ਦੀ ਇੰਟਰਨੈਸ਼ਨਲ ਟੀਮ ਨੇ 3 ਅਜਿਹੇ ਗ੍ਰਹਿਾਂ ਨੂੰ ਤਲਾਸ਼ਿਆ ਜਿਨ੍ਹਾਂ ਦਾ ਨੇਚਰ ਪ੍ਰਿਥਵੀ ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਇਹਨਾਂ 3 ਗ੍ਰਹਿਾਂ ਤੇ ਜੀਵਨ ਵੀ ਹੋ ਸਕਦਾ, ਯਾਨੀ ਤੁਹਾਡੇ ਤੇ ਸਾਡੇ ਵਰਗੇ ਜੋ ਲੋਕ ਨੇ ਉਹਨਾਂ 3 ਗ੍ਰਹਿਾਂ ਤੇ ਵੀ ਮਿਲ ਸਕਦੇ ਨੇ। ਤਾਂ ਹੈ ਨਾ ਇੱਕ ਹੈਰਾਨ ਕਰਨ ਵਾਲੀ ਗੱਲ ਕਿ ਜੇ ਸਾਨੂੰ ਇਸ ਦਾ ਹੁਣ ਤੱਕ ਪਤਾ ਹੀ ਨਹੀਂ ਸੀਗਾ, ਜੇ ਇਹ ਦਾਅਵਾ ਸੱਚਾ ਨਿਕਲਦਾ ਤਾਂ ਹੋ ਸਕਦਾ ਕਿ ਜਲਦ ਹੀ ਸਾਨੂੰ ਪਤਾ ਲੱਗੇ ਕਿ ਉਸ ਗ੍ਰਹਿ ਦੇ ਉੱਪਰ ਵਿਗਿਆਨੀ ਜਾਣ ਤੇ ਉੱਥੇ ਕੁਝ ਨਵੇਂ ਤਰ੍ਹਾਂ ਦੀ ਜ਼ਿੰਦਗੀ ਸਾਨੂੰ ਦੇਖਣ ਨੂੰ ਮਿਲੇ। ਅੱਗੇ ਵਧਦੇ ਅਗਲੀ ਖਬਰ ਅੰਮ੍ਰਿਤਸਰ ਤੋਂ ਹੈ। ਸਿਫਤੇ ਦੇ ਘਰ ਅੰਮ੍ਰਿਤਸਰ ਚ ਆਉਂਦੇ ਸ਼ੁੱਕਰਵਾਰ ਤੋਂ ਹੈਰੀਟੇਜ ਮੇਲਾ ਲੱਗਣ ਜਾ ਰਿਹਾ, ਜਿੱਥੇ 20 ਸੂਬਿਆਂ ਦੇ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੇਗੀ। ਇੱਕ ਪੁਰਾਤਨ ਇਮਾਰਤ ਜਿਸ ਨੂੰ ਸਜਾਉਣ ਸਵਾਰਨ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਨੇ, ਕਿਉਂਕਿ ਇੱਥੇ ਹੋਣ ਜਾ ਰਿਹਾ ਹੈ ਇੱਕ ਹੈਰੀਟੇਜ ਮੇਲਾ। ਅੰਮ੍ਰਿਤਸਰ 'ਚ ਕੰਪਨੀ ਬਾਗ ਦੇ ਨੇੜੇ ਹੈਰੀਟੇਜ ਹਾਟ ਬਣਾਈ ਜਾ ਰਹੀ ਹੈ, ਜਿੱਥੇ 6 ਮਈ ਤੋਂ 20 ਮਈ ਤੱਕ ਹੈਰੀਟੇਜ ਮੇਲੇ ਦਾ ਪ੍ਰਬੰਧ ਕੀਤਾ ਜਾਏਗਾ। ਇਸ ਮੇਲੇ ਵਿੱਚ 20 ਸੂਬਿਆਂ ਦੇ ਕਲਾਕਾਰ ਹਿੱਸਾ ਲੈਣਗੇ ਅਤੇ ਆਪਣੇ ਸੱਭਿਆਚਾਰ ਦੀ ਝਲਕ ਦਿਖਾਉਣਗੇ। ਉਧਰ ਪ੍ਰਸ਼ਾਸਨ ਮੁਤਾਬਕ ਮੇਲੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਮੇਲਾ ਦੇਖਣ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਓਪਨ ਐਂਟਰੀ ਹੈ, ਇਹਦੇ 'ਚ ਕੋਈ ਟਿਕਟ ਨਹੀਂ ਲੱਗੀ। ਹਰ ਕੋਈ ਵਿਅਕਤੀ ਜਿਹੜਾ ਅੰਮ੍ਰਿਤਸਰ ਦਾ, ਪੰਜਾਬ ਦਾ ਵਾਸੀ ਜਿਹੜਾ ਇਸ ਫੰਕਸ਼ਨ ਨੂੰ, ਇਸ ਮੇਲੇ ਨੂੰ ਵੇਖਣ ਆ ਸਕਦਾ ਹੈ ਔਰ ਕ੍ਰਾਫਟ ਦਾ ਔਰ ਫੂਡ ਦਾ ਆਨੰਦ ਲੈ ਸਕਦਾ ਹੈ। ਸ਼ਾਮ ਨੂੰ ਇੱਥੇ ਪਰਫਾਰਮੈਂਸਿਸ ਹੋਇਆ ਕਰਨਗੀਆਂ।
ਵੱਖ-ਵੱਖ ਸਟੇਟਾਂ ਦੇ ਆਰਟਿਸਟ ਆਪਣੇ ਡਾਂਸ ਪਰਫਾਰਮੈਂਸਿਸ ਕਰਿਆ ਕਰਨਗੇ। ਪੰਜਾਬ ਪੁਲਿਸ ਦਾ ਕਲਚਰ ਟਰੁੱਪ ਹੈ, ਉਹ ਵੀ ਡੇਲੀ ਸ਼ਾਮ ਨੂੰ ਪਰਫਾਰਮੈਂਸ ਦਿਆ ਕਰੇਗਾ। ਇਸ ਤੋਂ ਇਲਾਵਾ ਅਸੀਂ ਅੰਮ੍ਰਿਤਸਰ ਦੇ ਵੀ ਲੋਕਲ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਵੀ ਮੌਕਾ ਦੇਵਾਂਗੇ ਕਿ ਇੱਥੇ ਆਪਣੀ ਸਟੇਜ ਉੱਤੇ ਆਪਣੇ ਜੋਰ ਜਿਹੜੇ ਦਿਖਾਉਣਗੇ। ਇੱਥੇ ਸਿਰਫ ਵੱਖੋ-ਵੱਖ ਸੱਭਿਆਚਾਰ ਹੀ ਨਹੀਂ, ਸਗੋਂ ਵੱਖੋ-ਵੱਖ ਸੂਬਿਆਂ ਦੇ ਲਜ਼ੀਜ਼ ਪਕਵਾਨਾਂ ਦਾ ਵੀ ਸਵਾਦ ਲਿਆ ਜਾ ਸਕਦਾ ਹੈ। ਗੁਜਰਾਤੀ, ਰਾਜਸਥਾਨੀ, ਪੰਜਾਬੀ ਅਤੇ ਕਈ ਹੋਰ ਸੂਬਿਆਂ ਦਾ ਜ਼ਾਇਕਾ ਇੱਥੇ ਮਿਲੇਗਾ। ਕਿਉਂਕਿ ਇਹਦਾ ਕਨਸੈਪਟ ਹੈ ਫੂਡ ਤੇ ਕਰਾਫਟ। ਇੱਥੇ ਫੂਡ ਸਟਰੀਟ ਵੀ ਬਣਨੀ ਹੈ ਤੇ ਕਰਾਫਟ ਬਾਜ਼ਾਰ ਵੀ ਬਣਨਾ। ਉਹ ਇਹਨਾਂ ਦੋਵਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇੱਕ ਫੂਡ ਤੇ ਕਰਾਫਟ ਮੇਲਾ, ਅਸੀਂ ਨਾਮ ਉਹਦਾ ਅੰਮ੍ਰਿਤਸਰ ਹੈਰੀਟੇਜ ਮੇਲਾ ਰੱਖਿਆ, ਲੇਕਿਨ ਉਹਦੇ ਵਿੱਚ ਆਲ ਓਵਰ ਇੰਡੀਆ ਤੋਂ ਫੂਡ ਆਈਟਮਸ ਜਿਹੜੀਆਂ ਉਹ ਮਿਲਣਗੀਆਂ। ਅਜਿਹੇ ਮੇਲੇ ਜਿੱਥੇ ਸਾਡੇ ਅਮੀਰ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੇ ਨੇ, ਉੱਥੇ ਹੀ ਨਵੀਂ ਪੀੜ੍ਹੀ ਨੂੰ ਦੇਸ਼ ਦੇ ਵੱਖੋ-ਵੱਖ ਸੱਭਿਆਚਾਰਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ। ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਸੋ 6 ਮਹੀਨੇ ਮੇਲਾ ਸ਼ੁਰੂ ਹੋਣ ਜਾ ਰਿਹਾ ਤੇ ਸੱਭਿਆਚਾਰ ਦੇ ਵੱਖ-ਵੱਖ ਰੰਗ ਇਸ ਮੇਲੇ ਵਿੱਚ ਵੇਖਣ ਨੂੰ ਮਿਲਣਗੇ। ਜੀ ਬਿਲਕੁਲ। ਅੱਗੇ ਵਧਦੇ ਹਾਂ, ਇੱਕ ਹੋਰ ਗੱਲ ਕਰਦੇ ਹਾਂ ਜਿਹੜੀ ਕਿ ਵਿਦਿਆਲਿਆਂ ਦੇ ਨਾਲ ਜੁੜੀ ਹੋਈ ਹੈ, ਸਿੱਖਿਆ ਨਾਲ ਜੁੜੀ ਹੋਈ ਹੈ। ਦੇਸ਼ ਵਿੱਚ ਏਕਲ ਵਿਦਿਆਲੇ ਅਭਿਆਨ ਨੂੰ ਮਜ਼ਬੂਤੀ ਦੇਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਨੇ। ਰਾਜਸਥਾਨ ਦੇ ਅਜਮੇਰ ਵਿੱਚ ਅੰਚਲ ਪ੍ਰਣਾਮ ਪ੍ਰੋਗਰਾਮ ਦਾ ਪ੍ਰਬੰਧਨ ਹੋਇਆ। ਅਜਮੇਰ ਪਹੁੰਚੇ ਐਸਐਲ ਗਰੁੱਪ ਦੇ ਚੇਅਰਮੈਨ ਡਾਕਟਰ ਸੁਭਾਸ਼ ਚੰਦਰਾ ਨੇ ਕਿਹਾ ਕਿ ਇਸ ਅਭਿਆਨ ਨੂੰ 1 ਲੱਖ ਪਿੰਡਾਂ ਤੱਕ ਪਹੁੰਚਾਉਣ ਦਾ ਟੀਚਾ ਹੈ। ਡਾਕਟਰ ਸੁਭਾਸ਼ ਚੰਦਰਾ ਨੇ ਕਿਹਾ ਕਿ ਪਿੰਡਾਂ ਦੇ ਆਤਮ ਨਿਰਭਰ ਬਣਨ ਨਾਲ ਹੀ ਦੇਸ਼ ਆਤਮ ਨਿਰਭਰ ਬਣੇਗਾ। ਰਾਜਸਥਾਨ 'ਚ ਏਕਲ ਵਿਦਿਆਲੇ ਅਭਿਆਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਤਹਿਤ ਅਜਮੇਰ ਵਿੱਚ ਅੰਚਲ ਪ੍ਰਣਾਮ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ ਗਿਆ। ਐਸਐਲ ਗਰੁੱਪ ਦੇ ਚੇਅਰਮੈਨ ਡਾਕਟਰ ਸੁਭਾਸ਼ ਚੰਦਰਾ ਨੇ ਕਿਹਾ ਕਿ ਏਕਲ ਵਿਦਿਆਲੇ ਦੇ ਜ਼ਰੀਏ पूर्ण स्वराज का टीचा पूरा किया जाएगा। एकल मूवमेंट के द्वारा इस प्रयासरत हैं कि गांव को फिर से पूर्ण स्वराज, पूरी आज़ादी, पूरा उनका गांव का अपना वर्चस्व वहां पे कायम हो। प्रोग्राम च राजस्थान की मुख्यमंत्री वसुंधरा राजे भी शामिल हुए। वसुंधरा ने पिंडा विच सिक्ख्या दे लई एकल विद्यालय की तारीफ की। अनाचार, पापाचार, अत्याचार, बलात्कार, ये सब जो चीज़ें हैं उनसे छुटकारा किस तरीके से मिले, वो खाली एजुकेशन अगर होता है तो ही हमको मिल सकता है। और इसीलिए मुझे खुशी है कि इतने बड़े पैमाने पे आपने इस काम को किया। एकल विद्यालय एक अध्यापक वाले स्कूल ने जो देश के आदिवासी बहुतात वाले दूर दराज पिंडा विच चलाए जा रहे हैं। बगैर किसी सरकारी मदद के एकल विद्यालय चलाए जा रहे हैं। राजस्थान च तकरीबन 3500 एकल विद्यालय चल रहे हैं। ब्यूरो रिपोर्ट, जी मीडिया। तो उम्मीद करते हैं जी एकल विद्यालय मुहिम है जल्द ही सारे देश में फैलेगी तो फायदा जो हर एक पिंड को मिलेगा। चलो हुण वेखदे हां वख-वख सूबिया दे विच मौसम दा मिजाज। मैदानी इलाकों च फिलहाल पारा डिग्गण नाल लोकां नूं गर्मी तो राहत मिलती दिखाई दे रही है। बदले मौसम का मजा लैण लई चंडीगढ़ विच लोग सुखना लेक पहुंचे अते जम के मौके का फायदा चुक्या। तापमान की गल करिए तो हरियाणा के हिसार विच सब तो ज्यादा 39 डिग्री सैल्सीयस, गुड़गांव विच 38 डिग्री सैल्सीयस, चंडीगढ़ 34 डिग्री अते पंजाब के लुधियाना विच 35 डिग्री सैल्सीयस तापमान दर्ज किया गया, जो कि पिछले दिनों के मुकाबले 4 तो 5 डिग्री घट है। उत्थे मौसम विभाग ने उम्मीद जताई है कि 1-2 दिनों विच मींह दे चलदियां लोकां नूं गर्मी तो राहत मिलनी तय है। देखिए आज और कल मौसम खराब रहेगा, जैसे क्लाउड्स हैं, बीच में हल्की बारिश होने की संभावना है और हवाएं भी चलेंगी तो बहुत ज़्यादा जो गर्मी के हालात चल रहे हैं पूरे एरियाज़ में उससे रिलीफ मिल जाएगा, उससे राहत मिलेगी और आने वाले समय में बहुत ज़्यादा टेम्परेचर नहीं इंक्रीज करेंगे। दूजे पासे पहाड़ी सूबे हिमाचल विच भी तापमान डिग्या। ऊना विच 33 डिग्री सैल्सीयस जबकि शिमला विच मींह दे चलदियां तापमान 20 डिग्री सैल्सीयस ते पहुंच गया। उत्थे जम्मू कश्मीर दे श्रीनगर विच 22 अते गुलमर्ग विच 13 डिग्री सैल्सीयस दर्ज किया गया। उत्थे मौसम माहरां नूं उम्मीद है कि मींह घट पिया, अजिहे विच गर्मी का दौर भी ज्यादा लंबा नहीं चलेगा, पर जदों गर्मी पवेगी तो तापमान बेहद ज्यादा रहेगा। जैसे रेनफॉल का पीरियड कम हो रहा है तो रेनफॉल कम हो रहे हैं तो डेफिनेटली आपका जो गर्मी का टाइम भी कम होगा, लेकिन जब गर्मी होगी तो एक्सट्रीम होगी। जैसे टेम्परेचर कल चंडीगढ़ का 43 चला गया लगभग उसके आसपास, हिसार का 45.5। चंडीगढ़ तो नेहा शर्मा दे नाल ब्यूरो रिपोर्ट, जी मीडिया। चलो पहाड़ों में वैसे थोड़ा मीह पै गया आज, तो उम्मीद करते हैं कि मैदानी इलाकों में मीह पवे तो जी गर्मी तो थोड़ी राहत मिले। पंजाब 9 आज लिए इन्ना ही, सानू दो इजाजत, धन्यवाद।